ਆਓ ਅੱਜ ਗੱਲ ਕਰਦੇ ਹਾਂ ਇਤਿਹਾਸ ਦੇ ਉਸ ਗੜਬੜ ਵਾਲੇ ਦੌਰ ਦੀ। ਇੱਕ ਅਜਿਹਾ ਸਮਾਂ ਜਦੋਂ ਸਦੀਆਂ ਤੱਕ ਚੱਲੇ ਹਮਲਿਆਂ ਤੇ ਨਵੇਂ ਸਾਮਰਾਜਾਂ ਦੇ ਉਭਾਰ ਨੇ ਭਾਰਤੀ ਉਪ ਮਹਾਦੀਪ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ, ਬਿਲਕੁਲ ਨਵਾਂ ਰੂਪ ਦੇ ਦਿੱਤਾ। ਦਿੱਲੀ ਦਾ ਇਹ ਮਸ਼ਹੂਰ ਕੁਤੁਬ ਮੀਨਾਰ ਦੇਖਣ ਨੂੰ ਤਾਂ ਇਹ ਸਿਰਫ ਇੱਕ ਇਮਾਰਤ ਹੈ ਨਾ? ਪਰ ਨਹੀਂ, ਇਹ ਇਸ ਤੋਂ ਕਿਤੇ ਵੱਧ ਹੈ। ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡੇ ਨਾਟਕੀ ਬਦਲਾਅ ਦੀ ਸ਼ੁਰੂਆਤ ਦਾ ਨਿਸ਼ਾਨ ਹੈ, ਇੱਕ ਅਜਿਹੇ ਯੁੱਗ ਦਾ ਜਿਸ ਨੇ ਸੱਚਮੁੱਚ ਸਭ ਕੁਝ ਬਦਲ ਕੇ ਰੱਖ ਦਿੱਤਾ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਆਖਿਰ ਇਹ ਸਭ ਹੋਇਆ ਕਿਵੇਂ ਬਾਹਰੀ ਹਮਲਿਆਂ ਤੇ ਇੱਥੇ ਉੱਭਰੇ ਨਵੇਂ ਰਾਜਵੰਸ਼ਾਂ ਨੇ ਭਾਰਤ ਦੀਆਂ ਸਿਆਸੀ ਹੱਦਾਂ ਨੂੰ ਇੱਕ ਨਵਾਂ ਰੂਪ ਦਿੱਤਾ। ਇਸੇ ਨੂੰ ਸਮਝਣ ਲਈ ਆਓ ਇਸ ਪੂਰੇ ਦੌਰ ਤੇ ਇੱਕ ਡੂੰਘੀ ਨਜ਼ਰ ਮਾਰੀਏ। ਠੀਕ ਹੈ, ਤਾਂ ਸਾਡਾ ਸਫ਼ਰ ਕੁਝ ਇਸ ਤਰ੍ਹਾਂ ਰਹੇਗਾ। ਸਭ ਤੋਂ ਪਹਿਲਾਂ ਹਮਲਿਆਂ ਦੇ ਨਵੇਂ ਦੌਰ ਤੇ ਨਜ਼ਰ ਮਾਰਾਂਗੇ, ਫਿਰ ਦਿੱਲੀ ਸਲਤਨਤ ਦੇ ਰਾਜ ਨੂੰ ਸਮਝਾਂਗੇ, ਉਸ ਤੋਂ ਬਾਅਦ ਦੱਖਣ 'ਚ ਹੋ ਰਹੇ ਵਿਰੋਧ ਅਤੇ ਉੱਥੇ ਬਣੇ ਨਵੇਂ ਸਾਮਰਾਜਿਆਂ ਦੀ ਗੱਲ ਕਰਾਂਗੇ ਅਤੇ ਅਖੀਰ ਵਿੱਚ ਪਹੁੰਚਾਂਗੇ ਮੁਗਲ ਫਤਿਹ ਤੇ। ਕਹਾਣੀ ਸ਼ੁਰੂ ਹੁੰਦੀ ਹੈ 11ਵੀਂ ਸਦੀ ਦੇ ਆਸ-ਪਾਸ, ਜਦੋਂ ਮੱਧ ਏਸ਼ੀਆ ਤੋਂ ਤੁਰਕ ਅਤੇ ਅਫਗਾਨ ਲੋਕਾਂ ਦੇ ਹਮਲਿਆਂ ਦੀ ਇੱਕ ਜ਼ਬਰਦਸਤ ਲਹਿਰ ਆਈ। ਇਹ ਸਿਰਫ ਛੋਟੀਆਂ-ਮੋਟੀਆਂ ਲੜਾਈਆਂ ਨਹੀਂ ਸਨ, ਇਹ ਇੱਕ ਅਜਿਹੀ ਜੰਗ ਸੀ ਜਿਸ ਦਾ ਪੈਮਾਨਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ ਅਤੇ ਇਸਨੇ ਭਾਰਤ ਦੇ ਸਿਆਸੀ ਨਕਸ਼ੇ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਜ਼ਰਾ ਸੋਚੋ, ਸਿਰਫ 300 ਸਾਲਾਂ ਦੇ ਅੰਦਰ ਕਿੰਨਾ ਕੁਝ ਬਦਲ ਗਿਆ। ਦੇਖੋ, 1206 ਵਿੱਚ ਦਿੱਲੀ ਸਲਤਨਤ ਦੀ ਨੀਂਹ ਰੱਖੀ ਜਾਂਦੀ ਹੈ, ਫਿਰ 1398 ਵਿੱਚ ਤੈਮੂਰ ਦਾ ਹਮਲਾ ਇਸ ਨੂੰ ਬੁਰੀ ਤਰ੍ਹਾਂ ਹਿਲਾ ਦਿੰਦਾ ਹੈ ਅਤੇ 1526 ਆਂਦੇ ਮੁਗਲਾਂ ਦੇ ਆਉਣ ਨਾਲ ਪੂਰੀ ਖੇਡ ਹੀ ਪਲਟ ਜਾਂਦੀ ਹੈ। ਵਾਕਈ ਬਹੁਤ ਤੇਜ਼ ਅਤੇ ਉਥਲ-ਪੁਥਲ ਵਾਲਾ ਦੌਰ ਸੀ ਇਹ। ਤਾਂ ਇਸ ਸਾਰੀ ਉਥਲ-ਪੁਥਲ ਵਿੱਚੋਂ ਜੋ ਪਹਿਲੀ ਵੱਡੀ ਤਾਕਤ ਉੱਭਰ ਕੇ ਸਾਹਮਣੇ ਆਈ, ਉਹ ਸੀ ਦਿੱਲੀ ਸਲਤਨਤ। ਇਸਨੇ ਪੂਰੇ ਉੱਤਰੀ ਭਾਰਤ ਤੇ ਆਪਣਾ ਦਬਦਬਾ ਬਣਾ ਲਿਆ। ਅੱਛਾ, ਜਦੋਂ ਅਸੀਂ ਸਲਤਨਤ ਸ਼ਬਦ ਵਰਤਦੇ ਹਾਂ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਇੱਕ ਸੁਲਤਾਨ ਦਾ ਰਾਜ, ਅਤੇ ਦਿੱਲੀ ਸਲਤਨਤ ਕੋਈ ਇੱਕ ਰਾਜਪੰਚ ਨਹੀਂ ਸੀ, ਬਲਕਿ ਇਹ ਤਾਂ ਇੱਕ ਤੋਂ ਬਾਅਦ ਇੱਕ ਆਏ 5 ਵੱਖ-ਵੱਖ ਤੁਰਕੀ ਅਫਗਾਨ ਰਾਜਵੰਸ਼ਾਂ ਦਾ ਇੱਕ ਸਿਲਸਿਲਾ ਸੀ, ਜਿਨ੍ਹਾਂ ਸਾਰਿਆਂ ਨੇ ਦਿੱਲੀ ਨੂੰ ਆਪਣਾ ਕੇਂਦਰ ਬਣਾ ਕੇ ਰਾਜ ਕੀਤਾ। ਅਤੇ ਜ਼ਰਾ ਇਸ ਨਕਸ਼ੇ ਤੇ ਨਜ਼ਰ ਮਾਰੋ, ਖਾਸ ਕਰਕੇ ਤੁਗਲਕ ਰਾਜਵੰਸ਼ ਦੇ ਦੌਰਾਨ ਸਲਤਨਤ ਆਪਣੇ ਸਿਖਰ ਤੇ ਪਹੁੰਚ ਗਈ ਸੀ। ਇਸ ਦਾ ਰਾਜ ਉੱਤਰੀ ਅਤੇ ਮੱਧ ਭਾਰਤ ਦੇ ਕਿੰਨੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਸੀ। ਇਹ ਨਕਸ਼ਾ ਉਹਨਾਂ ਦੀ ਤਾਕਤ ਅਤੇ ਉਹਨਾਂ ਦੀ ਪਹੁੰਚ ਦੀ ਗਵਾਹੀ ਭਰਦਾ ਹੈ। ਇੱਥੇ ਸਲਤਨਤ ਦਾ ਦੋਹਰਾ ਚਿਹਰਾ ਸਾਫ਼ ਦਿਖਾਈ ਦਿੰਦਾ ਹੈ। ਦੇਖੋ, ਇੱਕ ਪਾਸੇ ਸੀ ਅਲਾਉਦੀਨ ਖਿਲਜੀ, ਜਿਸ ਨੇ ਬੇਰਹਿਮੀ ਨਾਲ ਫੌਜੀ ਤਾਕਤ ਦੇ ਜ਼ੋਰ ਤੇ ਸਾਮਰਾਜ ਨੂੰ ਫੈਲਾਇਆ, ਸ਼ਹਿਰਾਂ ਨੂੰ ਲੁੱਟਿਆ, ਅਤੇ ਦੂਜੇ ਪਾਸੇ ਮੁਹੰਮਦ ਬਿਨ ਤੁਗਲਕ ਵਰਗੇ ਸੁਲਤਾਨ ਵੀ ਸਨ, ਜਿਨ੍ਹਾਂ ਦੇ ਵੱਡੇ ਸੁਧਾਰਾਂ ਤੇ ਪ੍ਰਯੋਗਾਂ ਨੇ ਅਰਥ ਵਿਵਸਥਾ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜਾ ਕੀਤਾ। ਤਾਂ ਇੱਕ ਪਾਸੇ ਤਾਕਤ ਤੇ ਦੂਜੇ ਪਾਸੇ ਅੰਦਰੂਨੀ ਕਮਜ਼ੋਰੀ। ਅਤੇ ਆਖਿਰਕਾਰ ਹੋਇਆ ਵੀ ਉਹੀ। ਲਗਾਤਾਰ ਅੰਦਰੂਨੀ ਲੜਾਈਆਂ ਅਤੇ ਫਿਰ ਤੈਮੂਰ ਵਰਗੇ ਬਾਰੀ ਹਮਲਿਆਂ ਨੇ ਸਲਤਨਤ ਦੀ ਨੀਂਹ ਹਿਲਾ ਦਿੱਤੀ। ਖਾਸ ਤੌਰ ਤੇ 1398 ਵਿੱਚ ਦਿੱਲੀ ਦੇ ਬੇਰਹਿਮ ਲੁੱਟ, ਉਹ ਇੱਕ ਅਜਿਹਾ ਝਟਕਾ ਸੀ ਜਿਸ ਨਾਲ ਸਲਤਨਤ ਵਿੱਚ ਇੱਕ ਸ਼ਕਤੀ ਦਾ ਖਲਾ ਪੈਦਾ ਹੋ ਗਿਆ, ਜਿਸ ਤੋਂ ਉਹ ਕਦੇ ਵੀ ਪੂਰੀ ਤਰ੍ਹਾਂ ਸੰਭਲ ਨਹੀਂ ਸਕੇ। ਖੈਰ, ਜਦੋਂ ਉੱਤਰ ਵਿੱਚ ਇਹ ਸਭ ਚੱਲ ਰਿਹਾ ਸੀ ਤਾਂ ਕਹਾਣੀ ਸਿਰਫ ਉੱਥੇ ਖਤਮ ਨਹੀਂ ਹੁੰਦੀ। ਆਓ ਹੁਣ ਆਪਣਾ ਧਿਆਨ ਦੱਖਣ ਵੱਲ ਕਰੀਏ, ਕਿਉਂਕਿ ਦਿੱਲੀ ਸਲਤਨਤ ਦੀ ਤਾਕਤ ਹਰ ਥਾਂ ਨਹੀਂ ਸੀ। ਦੱਖਣ ਵਿੱਚ ਨਵੇਂ ਅਤੇ ਸ਼ਕਤੀਸ਼ਾਲੀ ਰਾਜ ਉੱਭਰ ਰਹੇ ਸਨ, ਜੋ ਦਿੱਲੀ ਨੂੰ ਸਿੱਧੀ ਟੱਕਰ ਦੇਣ ਲਈ ਤਿਆਰ ਸਨ। ਇਹ ਤਸਵੀਰਾਂ ਆਪਣੇ ਆਪ ਵਿੱਚ ਇੱਕ ਪੂਰੀ ਕਹਾਣੀ ਬਿਆਨ ਕਰਦੀਆਂ ਹਨ। ਇੱਕ ਪਾਸੇ ਦੇਖੋ, ਦਿੱਲੀ ਦੀ ਇੰਡੋ-ਇਸਲਾਮਿਕ ਭਵਨ ਨਿਰਮਾਣ ਕਲਾ, ਜਿੱਥੇ ਭਾਰਤੀ ਅਤੇ ਇਸਲਾਮੀ ਸ਼ੈਲੀਆਂ ਦਾ ਮਿਸ਼ਰਣ ਹੈ, ਅਤੇ ਦੂਜੇ ਪਾਸੇ ਦੱਖਣ ਦੇ ਹੋਇਸਾਲਾ ਮੰਦਰਾਂ ਦੀ ਬੇਹੱਦ ਬਾਰੀਕ ਅਤੇ ਗੁੰਝਲਦਾਰ ਨੱਕਾਸ਼ੀ। ਇਹ ਸਿਰਫ ਕਲਾ ਦਾ ਫਰਕ ਨਹੀਂ, ਇਹ ਦਿੱਲੀ ਦੇ ਪ੍ਰਭਾਵ ਦੇ ਬਾਵਜੂਦ ਦੱਖਣ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਸ਼ਕਤੀਸ਼ਾਲੀ ਅਤੇ ਸੱਭਿਆਚਾਰਕ ਤੌਰ ਤੇ ਆਜ਼ਾਦ ਰਾਜਾਂ ਦੇ ਉਭਾਰ ਦਾ ਪ੍ਰਤੀਕ ਹੈ। ਅਤੇ ਇਹਨਾਂ ਨਵੇਂ ਰਾਜਿਆਂ ਵਿੱਚੋਂ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਸੀ ਵਿਜੈਨਗਰ ਸਾਮਰਾਜ। ਇਸ ਦੀ ਕਹਾਣੀ ਬਹੁਤ ਦਿਲਚਸਪ ਹੈ। ਇਸ ਦੀ ਨੀਂਹ 2 ਭਰਾਵਾਂ ਹਰੀਹਰ ਅਤੇ ਬੁੱਕਾ ਨੇ ਰੱਖੀ ਸੀ, ਜੋ ਪਹਿਲਾਂ ਦਿੱਲੀ ਸਲਤਨਤ ਲਈ ਹੀ ਕੰਮ ਕਰਦੇ ਸਨ, ਪਰ ਫਿਰ ਉਹਨਾਂ ਨੇ ਦਿੱਲੀ ਦੀ ਹਕੂਮਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਦੱਖਣ ਵਿੱਚ ਆਪਣਾ ਖੁਦ ਦਾ ਇੱਕ ਤਾਕਤਵਰ ਸਾਮਰਾਜ ਖੜਾ ਕਰ ਲਿਆ। ਇਹ ਦਿੱਲੀ ਲਈ ਇੱਕ ਸਿੱਧੀ ਚੁਣੌਤੀ ਸੀ। ਅਤੇ ਇਹ ਕੋਈ ਛੋਟਾ-ਮੋਟਾ ਰਾਜ ਨਹੀਂ ਸੀ। ਜ਼ਰਾ ਇਸ ਯਾਤਰੀ ਡੋਮਿੰਗੋ ਪੈਸ ਦੀ ਗੱਲ ਸੁਣੋ। ਉਹ ਲਿਖਦਾ ਹੈ ਕਿ ਰਾਜਧਾਨੀ ਵਿਜੈਨਗਰ ਰੋਮ ਜਿੰਨੀ ਵੱਡੀ ਸੀ ਅਤੇ ਦੁਨੀਆ ਦਾ ਸਭ ਤੋਂ ਵਧੀਆ ਪ੍ਰਬੰਧ ਵਾਲਾ ਸ਼ਹਿਰ।
ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਸ਼ਾਨਦਾਰ ਅਤੇ ਤਾਕਤਵਰ ਸਾਮਰਾਜ ਰਹੇ ਹੋਵੇਗਾ। ਇਸ ਸਾਮਰਾਜ ਦਾ ਸੁਨਹਿਰੀ ਦੌਰ ਆਇਆ ਰਾਜਾ ਕ੍ਰਿਸ਼ਨਦੇਵ ਰਾਏ ਦੇ ਸਮੇਂ। ਉਹਨਾਂ ਨੂੰ ਵਿਜੈਨਗਰ ਦਾ ਸਭ ਤੋਂ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ। ਉਹ ਸਿਰਫ ਇੱਕ ਮਹਾਨ ਯੋਧਾ ਹੀ ਨਹੀਂ ਸਨ ਜਿਨ੍ਹਾਂ ਨੇ ਸਾਮਰਾਜ ਨੂੰ ਸਿਖਰਾਂ ਤੇ ਪਹੁੰਚਾਇਆ, ਬਲਕਿ ਕਲਾ ਅਤੇ ਸਾਹਿਤ ਦੇ ਵੀ ਬਹੁਤ ਵੱਡੇ ਸਰਪ੍ਰਸਤ ਸਨ। ਉਹਨਾਂ ਦੇ ਰਾਜ ਵਿੱਚ ਦੱਖਣ ਵਿੱਚ ਇੱਕ ਅਜਿਹਾ ਸੱਭਿਆਚਾਰਕ ਵਿਕਾਸ ਹੋਇਆ ਜੋ ਉੱਤਰ ਦੀ ਤਾਕਤ ਨੂੰ ਹਰ ਪੱਖੋਂ ਟੱਕਰ ਦੇ ਰਿਹਾ ਸੀ। ਪਰ ਦੇਖੋ ਇਤਿਹਾਸ ਕਿਵੇਂ ਕਰਵਟ ਲੈਂਦਾ ਹੈ। ਇੱਕ ਪਾਸੇ ਜਿੱਥੇ ਦੱਖਣ ਵਿੱਚ ਵਿਜੈਨਗਰ ਦਾ ਸੂਰਜ ਚੜ੍ਹ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਉੱਤਰ ਵਿੱਚ ਦਿੱਲੀ ਸਲਤਨਤ ਕਮਜ਼ੋਰ ਪੈ ਰਹੀ ਸੀ ਅਤੇ ਇਸ ਕਮਜ਼ੋਰੀ ਨੇ ਇੱਕ ਨਵੇਂ ਹਮਲਾਵਰ, ਇੱਕ ਨਵੇਂ ਜੇਤੂ ਲਈ ਦਰਵਾਜ਼ੇ ਖੋਲ੍ਹ ਦਿੱਤੇ। ਅਤੇ ਫਿਰ ਆਇਆ ਉਹ ਫੈਸਲਾਕੁਨ ਪਲ, ਸਾਲ 1526, ਪਾਣੀਪਤ ਦੀ ਪਹਿਲੀ ਲੜਾਈ। ਇੱਥੇ ਤੁਰਕ-ਮੰਗੋਲ ਸ਼ਾਸਕ ਬਾਬਰ ਨੇ ਦਿੱਲੀ ਦੇ ਆਖਰੀ ਸੁਲਤਾਨ ਨੂੰ ਹਰਾ ਦਿੱਤਾ। ਪਰ ਕਿਵੇਂ? ਉਸ ਦੀ ਜਿੱਤ ਦਾ ਸਭ ਤੋਂ ਵੱਡਾ ਰਾਜ਼ ਸੀ ਉਸ ਦੀ ਟੈਕਨੋਲੋਜੀ। ਭਾਰਤ ਵਿੱਚ ਪਹਿਲੀ ਵਾਰ ਵੱਡੇ ਪੱਧਰ ਤੇ ਬਾਰੂਦ, ਤੋਪਖਾਨੇ ਅਤੇ ਤੋਪਾਂ ਦੀ ਵਰਤੋਂ ਹੋਈ। ਇਸ ਇੱਕ ਲੜਾਈ ਨੇ ਪੂਰੀ ਖੇਡ ਬਦਲ ਦਿੱਤੀ ਅਤੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਬਾਬਰ ਦੀ ਸ਼ਖਸੀਅਤ ਬਹੁਤ ਗੁੰਝਲਦਾਰ ਸੀ। ਇੱਕ ਪਾਸੇ ਤਾਂ ਉਹ ਇੱਕ ਬੇਹੱਦ ਬੇਰਹਿਮ ਅਤੇ ਨਿਰਦਈ ਫੌਜੀ ਰਣਨੀਤੀਕਾਰ ਸੀ ਜੋ ਆਪਣੇ ਦੁਸ਼ਮਣਾਂ ਦੀਆਂ ਖੋਪੜੀਆਂ ਦੇ ਮੀਨਾਰ ਤੱਕ ਬਣਵਾ ਦਿੰਦਾ ਸੀ, ਪਰ ਦੂਜੇ ਪਾਸੇ ਉਹ ਕਵਿਤਾ, ਕੁਦਰਤ ਅਤੇ ਕਲਾ ਦਾ ਸ਼ੌਕੀਨ ਸੀ, ਜਿਸ ਨੇ ਬਾਬਰਨਾਮਾ ਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਆਤਮਕਥਾ ਵੀ ਲਿਖੀ। ਇਹੀ ਦੌਰਾਪਣ ਅੱਗੇ ਜਾ ਕੇ ਮੁਗਲ ਸ਼ਾਸਨ ਦੀ ਪਹਿਚਾਣ ਦਾ ਇੱਕ ਹਿੱਸਾ ਬਣਿਆ। ਖੈਰ, ਬਾਬਰ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਉਸ ਦੇ ਪੋਤੇ ਅਕਬਰ ਦੀ। ਅਸਲ ਵਿੱਚ ਅਕਬਰ ਹੀ ਸੀ ਜਿਸ ਨੇ ਮੁਗਲ ਸਾਮਰਾਜ ਦੀਆਂ ਨੀਹਾਂ ਨੂੰ ਸਹੀ ਮਾਇਨਿਆਂ ਵਿੱਚ ਮਜ਼ਬੂਤ ਕੀਤਾ ਅਤੇ ਉਸ ਦਾ ਤਰੀਕਾ ਬਹੁਤ ਅਨੋਖਾ ਸੀ, ਬੇਰਹਿਮੀ ਅਤੇ ਸਹਿਣਸ਼ੀਲਤਾ ਦਾ ਇੱਕ ਅਜੀਬ ਜਿਹਾ ਮਿਸ਼ਰਣ। ਅਤੇ ਇਸ ਨਕਸ਼ੇ ਤੋਂ ਅਕਬਰ ਦੀ ਸਫਲਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੇਖੋ, ਉਸ ਦੇ ਰਾਜ ਵਿੱਚ ਮੁਗਲ ਸਾਮਰਾਜ ਕਿੰਨਾ ਫੈਲ ਗਿਆ ਸੀ। ਉਸ ਨੇ ਲਗਭਗ ਪੂਰੇ ਉਪ-ਮਹਾਦੀਪ ਨੂੰ ਇੱਕ ਸ਼ਾਸਕ ਦੇ ਝੰਡੇ ਹੇਠ ਇਕੱਠਾ ਕਰ ਦਿੱਤਾ ਸੀ। ਇੱਕ ਜੇਤੂ ਅਤੇ ਇੱਕ ਪ੍ਰਸ਼ਾਸਕ ਦੇ ਤੌਰ ਤੇ ਇਹ ਉਸ ਦੀ ਬਹੁਤ ਵੱਡੀ ਉਪਲਬਧੀ ਸੀ। ਅਕਬਰ ਦਾ ਫਲਸਫਾ ਇਸ ਇੱਕ ਗੱਲ ਤੋਂ ਸਾਫ਼ ਹੋ ਜਾਂਦਾ ਹੈ, ਇੱਕ ਬਾਦਸ਼ਾਹ ਨੂੰ ਹਮੇਸ਼ਾ ਜਿੱਤ ਤੇ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਉਸ ਦੇ ਦੁਸ਼ਮਣ ਉਸ ਦੇ ਵਿਰੁੱਧ ਹਥਿਆਰ ਚੁੱਕ ਲੈਂਦੇ ਹਨ। ਉਸ ਦਾ ਸਾਫ਼ ਮੰਨਣਾ ਸੀ ਕਿ ਸਾਮਰਾਜ ਨੂੰ ਬਚਾ ਕੇ ਰੱਖਣ ਲਈ ਲਗਾਤਾਰ ਜਿੱਤਾਂ ਹਾਸਲ ਕਰਨਾ ਜ਼ਰੂਰੀ ਹੈ। ਇਹ ਉਸ ਦੀ ਸੋਚ ਦਾ ਉਹ ਪੱਖ ਸੀ ਜੋ ਬੇਹੱਦ ਸਖਤ ਅਤੇ ਬੇਰਹਿਮ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਿੱਤੂ ਮਾਨਸਿਕਤਾ ਦੇ ਨਾਲ-ਨਾਲ ਅਕਬਰ ਨੇ ਧਾਰਮਿਕ ਸਹਿਣਸ਼ੀਲਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਅਜਿਹੀਆਂ ਨੀਤੀਆਂ ਵੀ ਅਪਣਾਈਆਂ ਜੋ ਉਸ ਸਮੇਂ ਲਈ ਬੇਮਿਸਾਲ ਸਨ। ਉਸਨੇ ਸੁਲਹ-ਏ-ਕੁਲ ਯਾਨੀ ਸਾਰਿਆਂ ਨਾਲ ਸ਼ਾਂਤੀ ਦੇ ਸਿਧਾਂਤ ਨੂੰ ਅੱਗੇ ਵਧਾਇਆ, ਗੈਰ ਮੁਸਲਮਾਨਾਂ ਤੇ ਲੱਗਣ ਵਾਲਾ ਜਜ਼ੀਆ ਟੈਕਸ ਖਤਮ ਕਰ ਦਿੱਤਾ, ਰਾਜਪੂਤ ਰਾਜਕੁਮਾਰੀਆਂ ਨਾਲ ਵਿਆਹ ਕਰਵਾਏ ਅਤੇ ਰਾਜਪੂਤਾਂ ਸਮੇਤ ਹੋਰ ਹਿੰਦੂ ਅਧਿਕਾਰੀਆਂ ਨੂੰ ਦਰਬਾਰ ਵਿੱਚ ਵੱਡੇ-ਵੱਡੇ ਅਹੁਦੇ ਦਿੱਤੇ। ਇਹਨਾਂ ਕਦਮਾਂ ਨੇ ਸਾਮਰਾਜ ਨੂੰ ਬਹੁਤ ਮਜ਼ਬੂਤੀ ਦਿੱਤੀ। ਤਾਂ ਅਕਬਰ ਦੇ ਰਾਜ ਦਾ ਸਾਰ ਇਹੀ ਹੈ, ਇੱਕ ਦੋਹਰੀ ਰਣਨੀਤੀ। ਇੱਕ ਪਾਸੇ ਲਗਾਤਾਰ ਜਿੱਤਾਂ ਹਾਸਲ ਕਰਨ ਦੀ ਜ਼ਿੱਦ ਅਤੇ ਦੂਜੇ ਪਾਸੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰਾਜਨੀਤੀ। ਇਨ੍ਹਾਂ ਦੋ ਵਿਰੋਧੀ ਚੀਜ਼ਾਂ ਦੇ ਸੁਮੇਲ ਨੇ ਹੀ ਇੱਕ ਅਜਿਹੇ ਸਾਮਰਾਜ ਦੀ ਸਿਰਜਣਾ ਕੀਤੀ ਜੋ ਬਹੁਤ ਸ਼ਕਤੀਸ਼ਾਲੀ, ਸਥਿਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਸੀ। ਦੇਖੋ, ਮੁਗਲ ਸਾਮਰਾਜ ਦੀ ਕਹਾਣੀ ਨਾ ਸਿਰਫ ਤਲਵਾਰਾਂ ਜਾਂ ਜੰਗਾਂ ਦੀ ਨਹੀਂ ਹੈ, ਇਹ ਕਹਾਣੀ ਕਲਾ ਦੀ ਵੀ ਹੈ। ਜੋ ਤਸਵੀਰ ਸਾਡੇ ਸਾਹਮਣੇ ਹੈ, ਇਹ ਰਾਮਾਇਣ ਦੇ ਇੱਕ ਫਾਰਸੀ ਅਨੁਵਾਦ ਦੀ ਹੈ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਕਿਵੇਂ ਮੁਗਲ ਦਰਬਾਰ ਵੱਖ-ਵੱਖ ਸੱਭਿਆਚਾਰਾਂ ਦਾ ਇੱਕ ਸੰਗਮ ਬਣ ਗਿਆ ਸੀ। ਪਰ ਫਿਰ ਸਵਾਲ ਇਹ ਉੱਠਦਾ ਹੈ, ਇੱਕ ਸਾਮਰਾਜ ਜੋ ਕਲਾ ਅਤੇ ਗਿਆਨ ਦੀਆਂ ਇੰਨੀਆਂ ਉਚਾਈਆਂ ਤੇ ਸੀ, ਉਹ ਅੰਦਰੂਨੀ ਝਗੜਿਆਂ ਕਰਕੇ ਟੁੱਟਣ ਕਿਵੇਂ ਲੱਗ ਪਿਆ? ਚਲੋ, ਅੱਜ ਇਸੇ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਸਭ ਤੋਂ ਪਹਿਲਾਂ ਸਾਮਰਾਜ ਦੇ ਗੋਲਡਨ ਏਜ ਯਾਨੀ ਸੁਨਹਿਰੀ ਯੁੱਗ ਨੂੰ ਸਮਝਣਾ ਪਵੇਗਾ। ਅਤੇ ਇਹ ਉਹ ਦੌਰ ਸੀ ਜਦੋਂ ਮੁਗਲਾਂ ਦੀ ਪਹਿਚਾਣ ਤਲਵਾਰ ਤੋਂ ਜ਼ਿਆਦਾ ਉਹਨਾਂ ਦੀ ਕਲਾ ਅਤੇ ਪੱਥਰ ਤੇ ਛੱਡੀ ਵਿਰਾਸਤ ਨਾਲ ਹੁੰਦੀ ਸੀ। ਇਸ ਸੁਨਹਿਰੀ ਯੁੱਗ ਦਾ ਕੇਂਦਰ ਬਿੰਦੂ ਕੌਣ ਸੀ? ਬਾਦਸ਼ਾਹ ਅਕਬਰ। ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਖੁਦ ਪੜ੍ਹਿਆ ਲਿਖਿਆ ਨਹੀਂ ਸੀ, ਪਰ ਗਿਆਨ ਲਈ ਉਸ ਦੀ ਭੁੱਖ ਦਾ ਕੋਈ ਅੰਤ ਨਹੀਂ ਸੀ। ਉਸਨੇ ਫਤਿਹਪੁਰ ਸੀਕਰੀ ਵਰਗੇ ਸ਼ਾਨਦਾਰ ਸ਼ਹਿਰ ਵਸਾਏ ਤੇ ਆਪਣੇ ਦਰਬਾਰ ਦੇ ਦਰਵਾਜ਼ੇ ਹਰ ਧਾਮ ਤੇ ਹਰ ਵਿਚਾਰ ਦੇ ਵਿਦਵਾਨਾਂ ਲਈ ਖੋਲ੍ਹ ਦਿੱਤੇ। ਬਸ ਫਿਰ ਕੀ ਸੀ? ਇਹੀ ਉਹ ਮਾਹੌਲ ਸੀ ਜਿੱਥੇ ਕਲਾ ਅਤੇ ਗਿਆਨ ਨੇ ਨਵਾਂ ਆਸਮਾਨ ਛੂ ਲਿਆ।
ਅਕਬਰ ਦਾ ਵਿਜ਼ਨ ਸਿਰਫ ਇਮਾਰਤਾਂ ਬਣਾਉਣ ਤੱਕ ਹੀ ਸੀਮਿਤ ਨਹੀਂ ਸੀ। ਨਹੀਂ, ਉਸਨੇ ਇੱਕ ਟ੍ਰਾਂਸਲੇਸ਼ਨ ਹਾਊਸ, ਇੱਕ ਅਨੁਵਾਦ ਘਰ ਬਣਾਇਆ। ਇੱਥੇ ਕੀ ਹੁੰਦਾ ਸੀ? ਇੱਥੇ ਸੰਸਕ੍ਰਿਤ ਦੇ ਮਹਾਨ ਗ੍ਰੰਥ, ਸੋਚੋ, ਮਹਾਭਾਰਤ ਤੋਂ ਲੈ ਕੇ ਰਾਮਾਇਣ ਤੱਕ ਫਾਰਸੀ ਵਿੱਚ ਅਨੁਵਾਦ ਕੀਤੇ ਗਏ। ਇਹ ਸਿਰਫ ਭਾਸ਼ਾ ਦਾ ਬਦਲਾਅ ਨਹੀਂ ਸੀ, ਇਹ ਤਾਂ ਵਿਚਾਰਾਂ ਅਤੇ ਪਰੰਪਰਾਵਾਂ ਨੂੰ ਆਪਸ ਵਿੱਚ ਜੋੜਨ ਦੀ ਇੱਕ ਬਹੁਤ ਵੱਡੀ, ਇੱਕ ਇਤਿਹਾਸਿਕ ਕੋਸ਼ਿਸ਼ ਸੀ। ਪਰ ਅਕਬਰ ਤੋਂ ਬਾਅਦ ਕਹਾਣੀ ਵਿੱਚ ਇੱਕ ਬਹੁਤ ਵੱਡਾ, ਇੱਕ ਡਰਾਮੈਟਿਕ ਮੋੜ ਆਉਂਦਾ ਹੈ। ਸੋਚੋ, ਇੱਕ ਪਾਸੇ ਸੀ ਸ਼ਾਹਜਹਾਨ, ਤਾਜ ਮਹਿਲ ਨੂੰ ਬਣਾਉਣ ਵਾਲਾ, ਜਿਸ ਦੇ ਰਾਜ ਵਿੱਚ ਕਲਾ ਆਪਣੇ ਸਿਖਰ ਤੇ ਸੀ, ਤੇ ਦੂਜੇ ਪਾਸੇ ਉਸ ਦਾ ਹੀ ਆਪਣਾ ਪੁੱਤਰ ਔਰੰਗਜ਼ੇਬ, ਜਿਸ ਨੇ ਗੱਦੀ ਲਈ ਆਪਣੇ ਭਰਾਵਾਂ ਨੂੰ ਮਾਰਿਆ, ਆਪਣੇ ਪਿਓ ਨੂੰ ਕੈਦ ਕੀਤਾ ਤੇ ਪੂਰੇ ਸਾਮਰਾਜ ਨੂੰ ਬਸ ਜੰਗਾਂ ਦੇ ਰਾਤੇ ਪਾ ਦਿੱਤਾ। ਸਹੀ ਮਾਇਨਿਆਂ ਵਿੱਚ ਇਹ ਸਾਮਰਾਜ ਦੀ ਕਹਾਣੀ ਦਾ ਇੱਕ ਟਰਨਿੰਗ ਪੁਆਇੰਟ ਸੀ। ਇਹੀ ਉਹ ਟਕਰਾਅ ਸੀ ਜਿਸ ਨੇ ਸਾਮਰਾਜ ਦੀ ਦਿਸ਼ਾ ਹੀ ਬਦਲ ਦਿੱਤੀ। ਚਲੋ ਹੁਣ ਆਪਾਂ ਔਰੰਗਜ਼ੇਬ ਦੇ ਉਸ ਲੰਮੇ ਤੇ ਵਿਵਾਦਪੂਰਨ ਰਾਜ ਦੀ ਗੱਲ ਕਰਦੇ ਹਾਂ। ਇੱਕ ਅਜਿਹਾ ਦੌਰ ਜੋ ਵਿਰੋਧਾਭਾਸਾਂ ਨਾਲ ਭਰਿਆ ਪਿਆ ਸੀ ਤੇ ਜਿਸ ਨੇ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। 49 ਸਾਲ ਸਹੀ ਸੁਣਿਆ। ਲਗਭਗ ਅੱਧੀ ਸਦੀ ਤੱਕ ਔਰੰਗਜ਼ੇਬ ਨੇ ਰਾਜ ਕੀਤਾ। ਜੇ ਆਪਾਂ ਦਿੱਲੀ ਦੇ ਸੁਲਤਾਨਾਂ ਨਾਲ ਤੁਲਨਾ ਕਰੀਏ ਤਾਂ ਉਹਨਾਂ ਦਾ ਔਸਤ ਰਾਜ ਸਿਰਫ 9 ਸਾਲ ਦਾ ਸੀ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਲੰਮਾ ਰਾਜ ਤਾਂ ਸਥਿਰਤਾ ਦਾ ਪ੍ਰਤੀਕ ਹੋਣਾ ਚਾਹੀਦਾ ਸੀ। ਪਰ ਕੀ ਸੱਚਮੁੱਚ ਇਦਾਂ ਹੋਇਆ? ਔਰੰਗਜ਼ੇਬ ਦਾ ਰਾਜ ਸੱਚ ਪੁੱਛੋ ਤਾਂ ਇੱਕ ਬਹੁਤ ਵੱਡੇ ਵਿਰੋਧਾਭਾਸ ਦਾ ਪ੍ਰਤੀਕ ਹੈ। ਕਿਵੇਂ? ਦੇਖੋ, ਇੱਕ ਪਾਸੇ ਤਾਂ ਉਸਨੇ ਸਾਮਰਾਜ ਨੂੰ ਭੂਗੋਲਿਕ ਤੌਰ ਤੇ ਓਨਾ ਵੱਡਾ ਕਰ ਦਿੱਤਾ ਜਿੰਨਾ ਪਹਿਲਾਂ ਕਦੇ ਨਹੀਂ ਸੀ, ਪਰ ਫਿਰ ਦੂਜੇ ਪਾਸੇ ਉਸ ਦੀਆਂ ਨੀਤੀਆਂ, ਜਿਵੇਂ ਗੈਰ ਮੁਸਲਮਾਨਾਂ ਤੇ ਜਜ਼ੀਆ ਟੈਕਸ ਦੁਬਾਰਾ ਲਾਉਣਾ, ਸੰਗੀਤ ਤੇ ਪਾਬੰਦੀ ਤੇ ਲਗਾਤਾਰ ਜੰਗਾਂ, ਇਹਨਾਂ ਸਭ ਨੇ ਖਜ਼ਾਨੇ ਨੂੰ ਖਾਲੀ ਕਰ ਦਿੱਤਾ ਤੇ ਸਾਮਰਾਜ ਦੇ ਅੰਦਰ ਹੀ ਬਗਾਵਤ ਦੇ ਬੀਜ ਬੋ ਦਿੱਤੇ। ਤੇ ਇਸ ਗੱਲ ਦੀ ਸਭ ਤੋਂ ਵੱਡੀ ਗਵਾਹੀ ਪਤਾ ਕੌਣ ਦਿੰਦਾ ਹੈ? ਖੁਦ ਔਰੰਗਜ਼ੇਬ, ਆਪਣੇ ਆਖਰੀ ਖੱਤ ਵਿੱਚ, ਮਰਨ ਤੋਂ ਠੀਕ ਪਹਿਲਾਂ। ਉਸਦੇ ਇਹ ਸ਼ਬਦ ਸਿਰਫ ਇੱਕ ਬਾਦਸ਼ਾਹ ਦਾ ਨਿੱਜੀ ਦੁੱਖ ਨਹੀਂ ਹਨ, ਸਗੋਂ ਇਹ ਇੱਕ ਰਾਜਨੀਤਿਕ ਅਸਫਲਤਾ ਦੀ ਕਬੂਲੀਅਤ ਹੈ। ਅੰਤ ਵਿੱਚ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਉਸਦੇ ਸੰਘਰਸ਼ ਨਾਲ ਭਰੇ ਰਾਜ ਦੀ ਕੀਮਤ ਬਹੁਤ ਹੀ ਜ਼ਿਆਦਾ ਚੁਕਾਉਣੀ ਪਈ। ਇਹ ਇੱਕ ਸਿੱਧਾ ਜਿਹਾ ਨਿਯਮ ਹੈ। ਜਦੋਂ ਕੇਂਦਰੀ ਸ਼ਕਤੀ ਕਮਜ਼ੋਰ ਹੁੰਦੀ ਹੈ ਤਾਂ ਖੇਤਰੀ ਤਾਕਤਾਂ ਸਿਰ ਚੁੱਕਣ ਲੱਗ ਜਾਂਦੀਆਂ ਹਨ। ਤੇ ਔਰੰਗਜ਼ੇਬ ਦੀਆਂ ਨੀਤੀਆਂ ਤੇ ਉਸਦੀਆਂ ਲਗਾਤਾਰ ਜੰਗਾਂ ਨੇ ਸਾਮਰਾਜ ਦੇ ਕੋਨੇ-ਕੋਨੇ ਵਿੱਚ ਵਿਰੋਧ ਦੀ ਅੱਗ ਨੂੰ ਹੋਰ ਭੜਕਾ ਦਿੱਤਾ। ਚਲੋ ਫਿਰ ਹੁਣ ਇਸ ਵਿਰੋਧ ਦੇ ਨਕਸ਼ੇ ਤੇ ਇੱਕ ਨਜ਼ਰ ਮਾਰਦੇ ਹਾਂ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਰਾਜਪੂਤਾਂ ਦਾ। ਮੇਵਾੜ ਦੇ ਮਹਾਰਾਣਾ ਪ੍ਰਤਾਪ ਵਰਗੇ ਸ਼ਾਸਕ, ਉਨ੍ਹਾਂ ਨੇ ਕਦੇ ਵੀ ਮੁਗਲ ਅਧੀਨਗੀ ਨਹੀਂ ਮੰਨੀ। ਹਲਦੀ ਘਾਟੀ ਦੀ ਲੜਾਈ ਵਰਗੀਆਂ ਜੰਗਾਂ ਉਨ੍ਹਾਂ ਦੇ ਅਟੁੱਟ ਹੌਸਲੇ ਦਾ ਪ੍ਰਤੀਕ ਹਨ। ਪਰ ਸਵਾਲ ਇਹ ਹੈ ਕਿ ਰਾਜਪੂਤਾਂ ਤੇ ਹੋਰ ਸਮੂਹਾਂ ਨੇ ਇੰਨੀ ਵੱਡੀ ਮੁਗਲ ਫੌਜ ਦਾ ਮੁਕਾਬਲਾ ਕੀਤਾ ਕਿਵੇਂ? ਜਵਾਬ ਹੈ ਗੁਰਿੱਲਾ ਯੁੱਧ, ਯਾਨੀ ਛਾਪੇਮਾਰ ਯੁੱਧ। ਉਨ੍ਹਾਂ ਨੇ ਪਹਾੜਾਂ ਤੇ ਜੰਗਲਾਂ ਦੀ ਆਪਣੀ ਜਾਣਕਾਰੀ ਨੂੰ ਵਰਤ ਕੇ ਅਚਾਨਕ ਹਮਲੇ ਕੀਤੇ, ਜਿਸ ਨਾਲ ਮੁਗਲ ਫੌਜ ਨੂੰ ਬਹੁਤ ਭਾਰੀ ਨੁਕਸਾਨ ਹੋਇਆ। ਤੇ ਇਹ ਵਿਰੋਧ ਸਿਰਫ ਰਾਜਸਥਾਨ ਦੇ ਪਹਾੜਾਂ ਤੱਕ ਹੀ ਸੀਮਿਤ ਨਹੀਂ ਸੀ। ਜੇ ਆਪਾਂ ਉੱਤਰ-ਪੂਰਬ ਵੱਲ ਚੱਲੀਏ ਤਾਂ ਬ੍ਰਹਮਪੁੱਤਰਾ ਦੇ ਕਿਨਾਰਿਆਂ ਤੇ ਅਹੋਮ ਰਾਜ ਨੇ ਮੁਗਲਾਂ ਨੂੰ ਤਕੜੀ ਟੱਕਰ ਦਿੱਤੀ। ਸਰਾਏ ਘਾਟ ਦੀ ਮਸ਼ਹੂਰ ਲੜਾਈ ਵਿੱਚ ਉਨ੍ਹਾਂ ਨੇ ਨਦੀਆਂ ਤੇ ਜੰਗਲਾਂ ਦੀ ਆਪਣੀ ਸਮਝ ਨਾਲ ਇੱਕ ਬਹੁਤ ਵੱਡੀ ਮੁਗਲ ਫੌਜ ਨੂੰ ਹਰਾਇਆ ਤੇ ਆਪਣੀ ਆਜ਼ਾਦੀ ਬਰਕਰਾਰ ਰੱਖੀ। ਇਸੇ ਦੌਰਾਨ ਪੰਜਾਬ ਵਿੱਚ ਇੱਕ ਨਵੀਂ ਵਿਚਾਰਧਾਰਾ ਉੱਭਰ ਰਹੀ ਸੀ। ਗੁਰੂ ਨਾਨਕ ਦੇਵ ਜੀ ਨੇ ਬਰਾਬਰੀ, ਦਇਆ ਤੇ ਇੱਕ ਪ੍ਰਮਾਤਮਾ ਦਾ ਸੰਦੇਸ਼ ਦਿੱਤਾ। ਸਿੱਖ ਧਰਮ ਦਾ ਜੋ ਮੂਲ ਫਲਸਫਾ ਹੈ, ਉਹ ਇਸ ਗੱਲ ਵਿੱਚ ਸਾਫ਼ ਹੈ ਕਿ ਸੱਚਾ ਜੀਵਨ ਜਿਉਣਾ ਹੀ ਸਭ ਤੋਂ ਉੱਚਾ ਹੈ। ਪਰ ਜਿਵੇਂ-ਜਿਵੇਂ ਮੁਗਲ ਸ਼ਾਸਕਾਂ ਵੱਲੋਂ ਜ਼ੁਲਮ ਵਧਿਆ, ਸਿੱਖ ਭਾਈਚਾਰੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਇਆ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਫਿਰ ਔਰੰਗਜ਼ੇਬ ਦੁਆਰਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੱਕ ਮੋੜ ਸਾਬਿਤ ਹੋਈ ਤੇ ਇਸ ਦੇ ਜਵਾਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇੱਕ ਸੰਤ ਸਿਪਾਹੀ ਭਾਈਚਾਰਾ ਜੋ ਜ਼ੁਲਮ ਦੇ ਖਿਲਾਫ ਲੜਨ ਲਈ ਹਮੇਸ਼ਾ ਤਿਆਰ ਸੀ। ਠੀਕ ਹੈ, ਆਪਾਂ ਜੰਗਾਂ ਤੇ ਵਿਰੋਧ ਦੀ ਗੱਲ ਕਰ ਲਈ, ਪਰ ਇੱਕ ਸਵਾਲ ਹੁਣ ਵੀ ਬਾਕੀ ਹੈ। ਇਹ ਇੰਨਾ ਵਿਸ਼ਾਲ ਸਾਮਰਾਜ ਚੱਲਦਾ ਕਿਵੇਂ ਸੀ? ਇੰਨੀ ਵੱਡੀ ਫੌਜ, ਇਹ ਮਹਿਲ, ਇਹ ਸ਼ਹਿਰ, ਇਹਨਾਂ ਨੂੰ ਕਾਇਮ ਰੱਖਣ ਲਈ ਕਿਹੜਾ ਸਿਸਟਮ ਕੰਮ ਕਰ ਰਿਹਾ ਸੀ? ਚਲੋ ਹੁਣ ਇਸ ਸਾਮਰਾਜ ਦੇ ਇੰਜਨ ਨੂੰ ਸਮਝਦੇ ਹਾਂ, ਇਸ ਦੇ ਪ੍ਰਸ਼ਾਸਨ ਤੇ ਆਰਥਿਕਤਾ ਨੂੰ। ਇਸ ਦਾ ਮੁੱਖ ਆਧਾਰ ਸੀ ਮਨਸਬਦਾਰੀ ਪ੍ਰਣਾਲੀ। ਇਹ ਇੱਕ ਫੌਜੀ ਤੇ ਪ੍ਰਸ਼ਾਸਨਿਕ ਢਾਂਚਾ ਸੀ। ਹੁੰਦਾ ਕੀ ਸੀ? ਹਰ ਅਧਿਕਾਰੀ ਨੂੰ ਯਾਨੀ ਮਨਸਬਦਾਰ ਨੂੰ ਇੱਕ ਰੈਂਕ ਦਿੱਤਾ ਜਾਂਦਾ ਸੀ ਤੇ ਉਸ ਰੈਂਕ ਦੇ ਹਿਸਾਬ ਨਾਲ ਉਸਨੂੰ ਘੋੜਸਵਾਰ ਤੇ ਸੈਨਿਕ ਰੱਖਣੇ ਪੈਂਦੇ ਸਨ।
ਸੋਚੋ, ਬਿਨਾਂ ਇੱਕ ਵੱਡੀ ਕੇਂਦਰੀ ਫੌਜ ਰੱਖੇ ਇਹ ਸਾਮਰਾਜ ਦੀ ਫੌਜੀ ਤਾਕਤ ਨੂੰ ਬਣਾਈ ਰੱਖਣ ਦਾ ਇੱਕ ਬਹੁਤ ਹੀ ਚਲਾਕ ਤਰੀਕਾ ਸੀ। ਤੇ ਇਹ ਸਭ ਜਾਣਕਾਰੀ ਸਾਨੂੰ ਮਿਲਦੀ ਕਿੱਥੋਂ ਹੈ? ਅਬੁਲ ਫਜ਼ਲ ਵਰਗੇ ਇਤਿਹਾਸਕਾਰਾਂ ਤੋਂ, ਜਿਨ੍ਹਾਂ ਨੇ ਅਕਬਰ ਦੇ ਦਰਬਾਰ ਵਿੱਚ ਆਇਨ-ਏ-ਅਕਬਰੀ ਵਰਗੇ ਗ੍ਰੰਥ ਲਿਖੇ। ਇਹ ਦੱਸਦਾ ਹੈ ਕਿ ਸਾਮਰਾਜ ਨੂੰ ਚਲਾਉਣ ਲਈ ਕਿੰਨੀ ਵਿਸਤ੍ਰਿਤ ਨੌਕਰਸ਼ਾਹੀ, ਕਿੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਸੀ। ਪਰ ਆਰਥਿਕਤਾ ਸਿਰਫ ਸਰਕਾਰੀ ਪ੍ਰਣਾਲੀਆਂ ਤੇ ਹੀ ਨਿਰਭਰ ਨਹੀਂ ਸੀ, ਇੱਕ ਬਹੁਤ ਹੀ ਉੱਨਤ ਵਪਾਰਕ ਨੈਟਵਰਕ ਵੀ ਸੀ ਤੇ ਇਸ ਦਾ ਇੱਕ ਅਹਿਮ ਹਿੱਸਾ ਸੀ ਹੁੰਡੀ ਪ੍ਰਣਾਲੀ। ਹੁਣ ਇਹ ਕੀ ਸੀ? ਇਹ ਇੱਕ ਤਰ੍ਹਾਂ ਦਾ ਕ੍ਰੈਡਿਟ ਨੋਟ ਸੀ। ਇਸ ਨਾਲ ਵਪਾਰੀ ਬਿਨਾਂ ਨਕਦੀ ਨਾਲ ਰੱਖੇ ਪੈਸਿਆਂ ਦਾ ਲੈਣ-ਦੇਣ ਕਰ ਸਕਦੇ ਸਨ। ਕਹਿ ਸਕਦੇ ਹਾਂ ਇਹ ਆਧੁਨਿਕ ਬੈਂਕਿੰਗ ਦੀ ਸ਼ੁਰੂਆਤ ਸੀ, ਜੋ ਸਰਕਾਰੀ ਢਾਂਚੇ ਤੋਂ ਬਿਲਕੁਲ ਆਜ਼ਾਦ ਕੰਮ ਕਰਦੀ ਸੀ। ਠੀਕ ਹੈ, ਆਪਾਂ ਗੱਲ ਕੀਤੀ ਸੱਭਿਆਚਾਰਕ ਸਿਖਰ ਦੀ, ਰਾਜਨੀਤਿਕ ਟਕਰਾਅ ਦੀ, ਖੇਤਰੀ ਵਿਰੋਧ ਦੀ ਤੇ ਇੱਕ ਗੁੰਝਲਦਾਰ ਪ੍ਰਸ਼ਾਸਨ ਦੀ। ਸਵਾਲ ਇਹ ਹੈ, ਇਨ੍ਹਾਂ ਸਭ ਦਾ ਅੰਤ ਵਿੱਚ ਨਤੀਜਾ ਕੀ ਨਿਕਲਿਆ? ਚਲੋ ਵੇਖੀਏ ਕਿ ਇਸ ਸਾਮਰਾਜ ਦੀ ਵਿਰਾਸਤ ਨੇ ਸਾਡੇ ਉਪ-ਮਹਾਦੀਪ ਨੂੰ ਇੱਕ ਨਵਾਂ ਆਕਾਰ ਕਿਵੇਂ ਦਿੱਤਾ। ਦੇਖੋ, ਜਿਵੇਂ ਹੀ ਮੁਗਲ ਸਾਮਰਾਜ ਕਮਜ਼ੋਰ ਹੋਇਆ, ਇੱਕ ਰਾਜਨੀਤਿਕ ਖਲਾ ਪੈਦਾ ਹੋ ਗਿਆ ਤੇ ਇਸ ਖਲਾ ਨੂੰ ਕਿਸਨੇ ਭਰਿਆ? ਉਹਨਾਂ ਹੀ ਖੇਤਰੀ ਸ਼ਕਤੀਆਂ ਨੇ ਜੋ ਸਾਲਾਂ ਤੋਂ ਵਿਰੋਧ ਕਰ ਰਹੀਆਂ ਸਨ, ਰਾਜਪੂਤ, ਸਿੱਖ, ਮਰਾਠੇ ਤੇ ਅਹੋਮ। ਜਿਵੇਂ ਆਪਾਂ ਵੇਖ ਸਕਦੇ ਹਾਂ, ਇੱਕ ਕੇਂਦਰੀਕ੍ਰਿਤ ਸਾਮਰਾਜ ਕਈ ਆਜ਼ਾਦ ਰਾਜਾਂ ਵਿੱਚ ਟੁੱਟ ਗਿਆ ਤੇ ਇਸ ਨੇ ਉਪ-ਮਹਾਦੀਪ ਦਾ ਭਵਿੱਖ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਇਸ ਪੂਰੇ ਅਧਿਆਇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਸਾਡੇ ਐਜੂਕੇਸ਼ਨਲ ਮੋਟੀਵੇਸ਼ਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਖਾਸ ਕਰਕੇ ਜੇ ਤੁਸੀਂ ਮਾਸਟਰ ਕੇਡਰ ਜਾਂ ਲੈਕਚਰਰ ਦੀ ਤਿਆਰੀ ਕਰ ਰਹੇ ਹੋ ਤੇ ਪੜ੍ਹਾਈ ਕਰ ਰਹੇ ਸਾਰੇ ਸਾਥੀਆਂ ਲਈ ਬਸ ਇੱਕ ਗੱਲ ਯਾਦ ਰੱਖੋ, ਹਿੰਮਤ ਅੱਗੇ ਰੱਖੋ, ਸਫਲਤਾ ਤੁਹਾਡੇ ਪਿੱਛੇ ਆਵੇਗੀ।